ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਕੀ ਹਾਲ ਆ ਮੇਰੇ ਸ਼ਹਿਰ ਦਾ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ 23 ਜੂਨ ਤੇ 2021 ਟੈਂਪਰੇਚਰ ਇਸ ਟਾਈਮ ਹੈਗਾ ਜੀ 41 ਡਿਗਰੀ ਸੈਲਸੀਅਸ। ਬਠਿੰਡੇ ਦੇ ਵਿੱਚ ਖੜਾ ਜੀ ਮੈਂ, ਤੇ ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਇੱਕ ਛੋਟਾ ਜਿਹਾ ਪਾਰਕ, ਤੇ ਪਾਰਕ ਦੇ ਆਲੇ ਦੁਆਲੇ ਬੈਠੇ ਸੀ ਇਹ ਸਾਰੇ ਜ਼ੋਮੈਟੋ ਦੇ ਡਿਲੀਵਰੀ ਬॉय। ਇਹ ਸਾਡੇ ਘਰਾਂ 'ਚ ਡਿਲੀਵਰੀ ਕਰਦੇ ਨੇ। ਮੈਂ ਬੜੀ ਪਹਿਲਾਂ ਵੀ ਕਹਿ ਲਓ ਕਿ ਬੜੀ ਉੱਚੀ ਬੋਲ ਕੇ ਪਹਿਲਾਂ ਮੈਂ ਇਹਨਾਂ ਦੀਆਂ ਸਟੋਰੀਆਂ ਤੁਹਾਨੂੰ ਸੁਣਾ ਚੁੱਕਿਆ। ਇਹ ਵੀ ਆਪਣੇ ਦੁੱਖੜੇ ਬਹੁਤ ਵਾਰੀ ਤੁਹਾਨੂੰ ਸੁਣਾ ਚੁੱਕੇ ਆ। ਜੂਨ ਦਾ ਮਹੀਨਾ ਤੇ ਜੂਨ ਇਹਨਾਂ ਦੀ ਖਰਾਬ ਹੋਈ ਪਈ ਹੈ, ਇੰਨੀ ਜ਼ਿਆਦਾ ਖਰਾਬ ਹੋਈ ਪਈ ਹੈ ਵੀ ਇਹਨਾਂ ਨੇ ਅੱਜ ਫੇਰ ਜਿਹੜਾ ਹੈ ਆਪਣੇ ਮੋਟਰਸਾਈਕਲ ਲਾਂਭੇ ਰੱਖਦੇ ਨੇ, ਪਾਸੇ ਖੜੇ ਕਰਤੇ ਨੇ ਵੀ ਸਾਡੇ ਨਾਲ ਜੀ ਕੁਛ ਨਾ ਕੁਛ ਧੱਕਾ ਹੁੰਦਾ ਹੀ ਰਹਿੰਦਾ। ਤੇ ਸਾਡਾ ਮਕਸਦ ਇਹ ਹੁੰਦਾ ਕਿ ਜੋ ਇਹਨਾਂ ਨਾਲ ਹੋ ਰਿਹਾ ਉਹ ਤੁਹਾਨੂੰ ਅਸੀਂ ਕੈਮਰੇ ਦੇ ਮਾਧਿਅਮ ਰਾਹੀਂ ਜ਼ਰੂਰ ਦਿਖਾਈਏ, ਤਾਂ ਜੋ ਇਹ ਜਿਹੜੇ ਕੰਪਨੀਆਂ ਵਾਲੇ ਨੇ ਉਹਨਾਂ ਦੇ ਕੰਨਾਂ ਤੇ ਜੂੰ ਸਰਕੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਮਸਲਾ ਕੀ ਨਾਮ ਵੀਰ ਆਪਣਾ? ਜੀ ਮੇਰਾ ਨਾਮ ਸ਼ਿਵ ਹੈ, ਸ਼ਿਵ ਮੋਹਨ। ਔਰ ਜਦੋਂ ਦੀ ਕੰਪਨੀ ਆਈ ਹੈ ਮੈਂ ਉਦੋਂ ਦਾ ਇਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਜੀ। ਅਸੀਂ 17 ਘੰਟੇ ਕੰਮ ਕਰਦੇ ਹਾਂ। ਠੀਕ ਹੈ ਜੀ, ਪੂਰੀ ਮਿਹਨਤ ਨਾਲ ਕੰਮ ਕਰਦੇ ਹਾਂ। ਲੇਕਿਨ ਕੰਪਨੀ ਨੇ ਜਿਵੇਂ ਕਹੀਏ ਬਹੁਤ ਹਰਾਸ਼ ਕੀਤਾ ਸਾਨੂੰ, ਬਹੁਤ ਜ਼ਿਆਦਾ ਹਰਾਸ਼ ਕੀਤਾ ਹੈ। ਇੰਨਾ ਜ਼ਿਆਦਾ ਨਜਾਇਜ਼ ਤੱਕ ਹੈ, ਜਿਵੇਂ ਕਹਿੰਦੇ ਨਾ ਆਪਾਂ ਕਿਸਾਨ ਬੈਠੇ ਆ, ਕੋਆਪਰੇਟਿਵ ਕੰਪਨੀਆਂ ਇਸ ਤਰ੍ਹਾਂ ਕਰਦੀਆਂ, ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਹੈ ਜੀ। ਹੁਣ ਮੈਂ ਤੁਹਾਨੂੰ ਦੱਸਦਾ ਜੀ, ਕੱਲ ਰਾਤ ਸਾਨੂੰ ਇੱਕ ਮੈਸੇਜ ਆਉਂਦਾ ਸਾਰਿਆਂ ਨੂੰ ਕਿ ਪੈਟਰੋਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਤੁਹਾਡਾ ਫਾਇਦਾ ਕਰ ਰਹੇ ਹਾਂ, ਤੁਹਾਡੇ ਰੇਟ ਵਧਾ ਰਹੇ ਹਾਂ। ਠੀਕ ਹੈ ਜੀ। ਅਸੀਂ ਕਿਹਾ ਚਲੋ ਕੰਪਨੀ ਸੋਚ ਰਹੀ ਹੈ ਨਾ, ਬਿਨਾਂ ਕਹੇ ਸੋਚ ਰਹੀ ਹੈ। ਅਸੀਂ ਖੁਸ਼ ਹੋ ਗਏ ਸਾਰੇ। ਸਾਨੂੰ ਇਹ ਸੀਗਾ ਕਿ 20 ਰੁਪਏ ਆਰਡਰ ਸ਼ੋ ਹੋ ਰਿਹਾ ਹੈ। ਮੈਂ ਦਿਖਾਣਾ ਚਾਹੂੰਗਾ, ਫੜਿਓ। 20 ਰੁਪਏ ਆਰਡਰ ਸ਼ੋ ਹੋ ਰਿਹਾ ਹੈ ਤਾਂ ਸ਼ਾਇਦ 25 ਰੁਪਏ ਆਰਡਰ ਹੋ ਜਾਏਗਾ ਔਰ ਇਸ ਦੇ ਨਾਲ ਕੀ ਹੋਏਗਾ, ਸਾਡੀ ਅਰਨਿੰਗ ਵੱਧ ਜਾਏਗੀ। ਠੀਕ ਹੈ ਜੀ। ਪਰ ਹੋਇਆ ਕਿ ਸਵੇਰੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਦੇਖਦੇ ਹਾਂ ਤਾਂ ਕੰਪਨੀ ਦੇ ਇਸ ਚੀਜ਼ ਨੂੰ ਦੇਖ ਕੇ ਤਾਂ ਅਸੀਂ ਬੜੇ ਹੀ ਹੈਰਾਨ ਹੋਏ। ਕੰਪਨੀ ਦਾ ਸਵੇਰੇ ਆਹ ਰੇਟ ਕਾਰਡ ਹੁੰਦਾ, ਮੈਂ ਕੈਮਰੇ ਮੂਹਰੇ ਦਿਖਾਣਾ ਚਾਹੁੰਦਾ। ਇਹ 20 ਰੁਪਏ ਸੀਗਾ ਜੀ। ਠੀਕ ਹੈ ਜੀ। 1 ਰੁਪਿਆ ਪਰ ਮਿੰਟ, ਮਤਲਬ 8 ਮਿੰਟ ਤੋਂ ਬਾਅਦ ਜਦੋਂ ਅਸੀਂ ਰੀਚ ਕਰਦੇ ਹਾਂ, ਪਹੁੰਚਦੇ ਹਾਂ ਰੈਸਟੋਰੈਂਟ ਤੇ, 1 ਰੁਪਿਆ ਵੇਟਿੰਗ ਟਾਈਮ 8 ਮਿੰਟ ਤੋਂ ਬਾਅਦ ਸ਼ੁਰੂ ਹੁੰਦਾ। ਔਰ 4 ਰੁਪਏ ਸੀਗਾ। ਇਹਨਾਂ ਨੇ ਕੀ ਕੀਤਾ, 20 ਰੁਪਏ ਦੀ ਜਗ੍ਹਾ 15 ਰੁਪਏ ਕਰਤਾ। ਠੀਕ ਹੈ ਜੀ। ਇੱਧਰ 4 ਰੁਪਏ ਸੀਗੇ, ਚਲੋ 30 ਪੈਸੇ ਵਧਾਤਾ। 5 ਰੁਪਏ ਇਹਨਾਂ ਨੇ ਕੱਟ ਕਰਤੇ ਔਰ ਇਧਰੋਂ 30 ਪੈਸੇ ਵਧਾਤੇ। ਇਹ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ। ਇਹ ਕੰਪਨੀਆਂ ਇਸੇ ਤਰ੍ਹਾਂ ਹੀ ਕਰਦੀਆਂ। ਠੀਕ ਹੈ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜੇ ਇਹ ਕੰਪਨੀਆਂ ਨਹੀਂ ਸੁਧਰਦੀਆਂ ਤਾਂ ਅਸੀਂ ਵੱਡੇ ਲੈਵਲ ਤੇ ਸਟ੍ਰਾਈਕ ਕਰਾਂਗੇ। ਫਿਰ ਉਹ ਇਕੱਲੀ ਬਠਿੰਡੇ ਦੇ ਵਿੱਚ ਨਹੀਂ, ਆਲ ਆਫ ਇੰਡੀਆ ਹੋਊਗੀ। ਮਸਲਾ ਦੇਖੋ ਉਹੀ ਗੱਲ ਆਹੀ ਕਿ ਇਹ ਲੋਕ ਸਾਡੇ ਘਰਾਂ ਦੇ ਵਿੱਚ ਸਮਾਨ ਪਹੁੰਚਾਉਂਦੇ ਆ। ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ, ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ। ਹੁਣ ਇਹ ਆ ਜਿਹੜੀਆਂ ਜ਼ੋਮੈਟੋ ਦੀਆਂ ਇਹਨਾਂ ਨੇ ਟੀ-ਸ਼ਰਟਾਂ ਪਾਈਆਂ, ਇਹ ਫ੍ਰੀ ਦੇ ਵਿੱਚ ਜ਼ੋਮੈਟੋ ਦੀ ਐਡ ਹੈ ਤੇ ਮੈਨੂੰ ਲੱਗਦਾ ਇਹਦੇ ਪੈਸੇ ਵੀ ਜ਼ੋਮੈਟੋ ਤੁਹਾਡੇ ਤੋਂ ਲੈਂਦਾ। ਜੀ ਜੀ ਬਿਲਕੁਲ, ਇਹਦੇ ਪੈਸੇ ਲੈਂਦੇ ਹੀ। ਸਾਡੇ ਤੋਂ ਜੁਆਇਨਿੰਗ ਵੇਲੇ 1500 ਰੁਪਇਆ ਲਿਆ ਗਿਆ। ਕਿੰਨੀਆਂ 1500 ਰੁਪਏ ਚ ਤੁਹਾਨੂੰ ਕਿੰਨੇ ਪੈਸੇ ਦਿੰਦੇ ਨੇ? ਕਿੰਨੀਆਂ ਡਰੈਸਾਂ ਦਿੰਦੇ ਨੇ? ਇਹਦੇ ਵਿੱਚ ਇਹਨਾਂ ਨੇ ਸਾਨੂੰ ਕਿਸੇ ਨੂੰ ਇੱਕ ਟੀ-ਸ਼ਰਟ ਦਿੱਤੀ ਹੈ, ਇੱਕ ਬੈਗ ਦਿੰਦੇ ਆ ਜੀ, ਹੋਰ ਕੁਝ ਨਹੀਂ ਦਿੰਦੇ। ਰੇਨਕੋਟ ਵੀ ਨਹੀਂ ਦਿੰਦੇ। ਰੇਨਕੋਟ ਕਹਿੰਦੇ, ਰੇਨਕੋਟ ਦੇ ਬਾਅਦ ਚ ਐਕਸਟਰਾ ਚਾਰजेस ਹੋਰ ਲਗਾਉਂਦੇ ਆ, ਕੁਝ ਨਹੀਂ ਦਿੰਦੇ। ਇਹ ਕੰਪਨੀਆਂ ਇਸੇ ਤਰ੍ਹਾਂ ਹੀ ਧੱਕੇ ਕਰਦੀਆਂ ਜੀ, ਸਾਨੂੰ ਦੱਸਦੇ ਕੁਛ ਹੈ ਔਰ ਕਰਦੇ ਕੁਛ ਹੈ ਜੀ। ਅੱਛਾ, ਇੱਕ ਟੀ-ਸ਼ਰਟ ਤੇ ਇੱਕ ਬੈਗ ਦਿੰਦੇ ਆ? ਇੱਕ ਟੀ-ਸ਼ਰਟ ਇੱਕ ਬੈਗ ਦਿੰਦੇ 1500। 1500। ਤੁਸੀਂ ਮਾਰਕੀਟ ਚ ਕਿਤੇ ਵੀ ਚਲੇ ਜਾਓ, ਜੇ ਤੁਹਾਨੂੰ ਇਹ 150 ਤੋਂ ਉੱਤੇ ਦੀ ਟੀ-ਸ਼ਰਟ ਹੋਵੇ ਤਾਂ ਮੈਨੂੰ ਦੱਸ ਦਿਓ, ਜਿਹਦਾ ਇਹ 1500 ਨਾਲ ਇੱਕ ਬੈਗ ਹੈ। ਇਦਾਂ ਦੇ ਆਹ ਬੈਗ ਨੇ, ਆਹ ਬੈਗ ਇਹ ਨਵਾਂ ਹੈ ਹਨਾ। ਤੇ ਇਹ ਜੇ ਤੁਸੀਂ ਮਾਰਕੀਟ ਚ ਲੈਣ ਜਾਓਗੇ ਤੇ ਇਹ ਮੈਨੂੰ ਲੱਗਦਾ ਹੱਦ 400-500 ਰੁਪਏ ਦਾ ਹੱਦ। ਮਤਲਬ ਇਹ ਹੈ ਵੀ 1500 ਰੁਪਇਆ ਦੇਖੋ ਕੀ ਹੈ। ਸਮਝਣ ਵਾਲੀਆਂ ਜਿਹੜੀਆਂ ਗੱਲਾਂ ਨੇ, ਇਹ ਵਾਕਈ ਸ਼ਿਵ ਦੱਸਿਆ ਸੀ ਨਾ ਨਾਮ? ਹਾਂ, ਸ਼ਿਵ ਹੋਰਾਂ ਨੇ ਜਿਹੜੀ ਗੱਲ ਕੀਤੀ ਵੀ ਕੰਪਨੀਆਂ ਜਿਹੜੀਆਂ ਸਾਨੂੰ ਐ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਉਹਨੂੰ, ਆਪਾਂ ਪੰਜਾਬੀ ਚ ਕਹਿ ਦਿੰਦੇ ਆ ਵੀ ਅਤਿਆਚਾਰ ਹੀ ਕਰ ਰਹੀਆਂ ਇਹਨਾਂ ਤੇ, ਜਾਂ ਕਹਿੰਦੇ ਹਾਂ ਕੁਝ ਕਹਿ ਰਹੇ ਸੀ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ, ਜਿਵੇਂ ਬੰਧੂਆ ਮਜ਼ਦੂਰ ਨਹੀਂ ਹੁੰਦਾ ਜੀ, ਹੁਣ ਮੈਂ ਬੰਧੂਆ ਮਜ਼ਦੂਰ ਦੀ ਗੱਲ ਕਰਦਾ। ਰੈਸਟੋਰੈਂਟ ਦੀ ਗਲਤੀ ਹੋਏਗੀ, ਰੈਸਟੋਰੈਂਟ ਨੂੰ ਇੱਕੋ ਟਾਈਮ ਦੇ ਵਿੱਚ, ਜਿਵੇਂ ਹੁਣ ਮੰਨ ਲਓ ਜੋ ਵੀ ਟਾਈਮ ਹੋਇਆ ਪਿਆ, ਇੱਕੋ ਟਾਈਮ ਦੇ ਵਿੱਚ 20 ਆਰਡਰ ਪੈ ਗਏ, ਉਹ 20 ਆਰਡਰ ਤਾਂ ਨਾਲ ਦੀ ਨਾਲ ਨਹੀਂ ਰੈਡੀ ਕਰੇਗਾ, ਉਹਨੂੰ ਟਾਈਮ ਲੱਗੇਗਾ। ਉਹਦਾ ਟਾਈਮ ਜਦੋਂ ਅਸੀਂ ਲੇਟ ਲੈ ਕੇ ਜਾਵਾਂਗੇ, ਕਸਟਮਰ ਬੋਲਦਾ ਹੈ ਤਾਂ ਸਾਨੂੰ ਪਲੈਂਟੀ। ਠੀਕ ਹੈ ਜੀ। ਅਗਰ ਰੈਸਟੋਰੈਂਟ ਬੋਲਦਾ ਹੈ ਤਾਂ ਸਾਨੂੰ ਪਲੈਂਟੀ। 400 ਮੁੰਡਿਆਂ ਨੂੰ 700 ਰੁਪਏ ਪਲੈਂਟੀ ਪਈ ਹੋਈ ਹੈ। ਇਹ ਦੇਖੋ ਇਹੀ ਗੱਲ ਹੈ ਵੀ ਇਹ ਵਾਕਈ ਗੱਲ ਸਹੀ ਹੈ ਸ਼ਿਵ ਦੀ, ਕਿ ਬੰਧੂਆ ਮਜ਼ਦੂਰ। ਤੇ ਦੂਸਰਾ ਇਹ ਕਿ ਇਹਨਾਂ ਦਾ ਦੇਖੋ ਕੰਪਨੀ ਦਾ ਕੰਮ ਹੋਣਾ ਤੇ ਨੁਕਸਾਨ ਕਿਹਦਾ ਹੋਣਾ? ਇਹਨਾਂ ਲੋਕਾਂ ਦਾ। ਜੇ ਮਾਰਕੀਟਿੰਗ ਹੋਣੀ ਹੈ ਜ਼ੋਮੈਟੋ ਦੀ
ਤਾਂ ਇਹਨਾਂ ਨੇ ਉਹਨਾਂ ਦੀ ਟੀ-ਸ਼ਰਟ ਪਾ ਕੇ ਕਰਨੀ ਹੈ। ਗਰਮੀ ਦੇ ਵਿੱਚ ਘੁੰਮਣਾ ਫਿਰਨਾ ਇਹਨਾਂ ਨੇ ਜਾਣਾ। ਤੁਹਾਨੂੰ ਕੋਈ ਮੈਡੀਕਲ ਅਲਾਉਂਸ ਦਿੰਦੇ ਨੇ ਇਹਨੂੰ? ਬਿਮਾਰ ਹੋ ਗਿਆ ਕੁਛ ਨਹੀਂ ਹੈ ਜੀ, ਕੁਝ ਨਹੀਂ ਨਹੀਂ ਜੀ, ਕੁਛ ਨਹੀਂ। ਕੋਈ ਇਲਾਜ ਨਹੀਂ ਜੀ, ਕੋਈ ਮੈਡੀਕਲ ਦਾ ਕੋਈ ਇਲਾਜ ਨਹੀਂ, ਕੋਈ ਸੁਣਵਾਈ ਐਕਸੀਡੈਂਟ ਨਹੀਂ। ਨਹੀਂ ਹੈਗਾ ਜੀ। ਇੱਕ ਮੁੰਡਾ ਐਕਸੀਡੈਂਟ ਹੋ ਗਿਆ, ਮੁੰਡੇ ਦਾ ਕੰਡੀਸ਼ਨਾਂ ਕੁਛ ਹੀ ਨਹੀਂ ਨਹੀਂ ਕੰਮ ਪੂਰੀਆਂ ਕੀਤਾ ਹੁੰਦੀਆਂ, ਹੈਗਾ ਜੀ। ਕੰਡੀਸ਼ਨਾਂ ਇੰਨੀਆਂ ਦਾ ਮੁੰਡੇ ਨੇ ਆਪਦਾ ਸਾਰਾ ਪ੍ਰਾਈਵੇਟ ਆਪਦਾ ਇਲਾਜ ਕਰਾਇਆ ਜੀ, ਪੈਸੇ ਲੈਣ ਲੱਗੇ ਜੀ। ਮੁੰਡੇ ਨੂੰ ਕੁਛ ਨਹੀਂ ਦੀ ਕੰਪਨੀ ਔਨ ਡਿਊਟੀ ਸੀ? ਔਨ ਡਿਊਟੀ ਸੀ, ਔਨ ਡਿਊਟੀ ਸੀਗਾ ਜੀ। ਔਨ ਡਿਊਟੀ। ਔਨ ਡਿਊਟੀ ਮੁੰਡੇ ਦਾ ਐਕਸੀਡੈਂਟ ਹੋਇਆ ਜੀ, ਕੁਛ ਵੀ ਨਹੀਂ ਦਿੱਤਾ ਮੁੰਡੇ ਕੰਪਨੀ ਦੰਦ ਵੀ ਟੁੱਟੇ ਆ, ਉਹਨੂੰ ਵੀ ਕੁਝ ਨਹੀਂ ਮਿਲਿਆ। ਸਾਰਾ ਕੁਝ ਪ੍ਰਾਈਵੇਟ, ਉਹਨੂੰ ਮੁੰਡੇ ਨੇ ਆਪਦਾ ਇਲਾਜ ਕੀਤਾ। ਇਹ ਤੁਸੀਂ ਸੁਣ ਲਓ ਸਾਰੇ ਜਣੇ, ਇਹ ਠੀਕ ਹੈ। ਹੁਣ ਇਹ ਕੀ ਕਰਨ ਵਿਚਾਰੇ ਵੀ? ਇੱਕ ਤਾਂ ਪੈਟਰੋਲ, ਅੱਛਾ ਇੱਕ ਹੋਰ ਤੁਸੀਂ ਮੈਨੂੰ ਦੱਸੋ, ਹੁਣ ਰੇਟ ਹੈ ਜਿਹੜਾ ਛੋਟੇ ਵੀਰ ਤੁਸੀਂ ਦੱਸੋ ਯਾਰ, ਜੀ ਜੀ ਵੀ 100 ਰੁਪਏ ਦੇ ਨੇੜੇ ਤੇੜੇ ਪੈਟਰੋਲ ਦਾ ਰੇਟ ਹੋ ਗਿਆ। ਹਾਂਜੀ 101 ਰੁਪਏ ਆ ਜੀ। ਮੈਂ ਹਾਂਜੀ ਕਹਿੰਦਾ, ਪਾਇਆ ਸੀ ਹਾਂ 90 80 ਪੁਆਇੰਟ ਕੁਝ ਬਿਲਕੁਲ। ਪਾਇਆ ਉਹਨਾਂ ਨੇ। ਤੇ ਉਹਦੇ ਚ ਤੁਸੀਂ ਇਹ ਦੇਖੋ ਵੀ ਪਹਿਲਾਂ ਤੁਹਾਨੂੰ ਕਿੰਨੇ ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਮਿਲਦੇ ਸੀ? ਪਰ ਸਾਨੂੰ ਜਦੋਂ ਪਰ ਤੁਸੀਂ ਆਰਡਰ join ਕੀਤਾ ਪਰ ਆਰਡਰ ਮਿਲਦਾ ਸੀ 20 ਰੁਪਏ ਜਿੱਦਾਂ ਕਹਿੰਦੇ ਆ, ਤੇ ਪਰ ਕਿਲੋਮੀਟਰ ਦਾ 4 ਰੁਪਏ ਦਿੰਦੇ ਸੀਗੇ। ਠੀਕ ਹੈ, ਬਟ ਇਹਨਾਂ ਨੇ 50 ਰੁਪਏ ਕਰਤਾ ਪਰ ਆਰਡਰ। ਚਾਹੇ ਅਸੀਂ 700 ਮੀਟਰ ਦੇ ਦੇਣਾ, ਚਾਹੇ 5 ਕਿਲੋਮੀਟਰ ਦੇ ਵਿੱਚ ਦੇਣੇ ਆ ਨਾ, ਉਹਦੇ ਸਾਨੂੰ ਪਹਿਲਾਂ 20 ਰੁਪਏ ਦਿੰਦੇ ਸੀ, ਹੁਣ ਇਹਨਾਂ ਨੇ 50 ਰੁਪਏ ਕਰਤੇ ਉਹ ਵਾਲੇ। ਤੇ ਜਿੱਦਾਂ 5 ਕਿਲੋਮੀਟਰ ਤੋਂ ਵੱਧ ਜਾਂਦੇ ਆਪਾਂ, ਉਹਦੇ ਇਹਨਾਂ ਨੇ 4 ਰੁਪਏ ਪਰ ਕਿਲੋਮੀਟਰ ਦੇ ਅਕੋਰਡਿੰਗ ਦਿੰਦੇ ਸੀ ਪਹਿਲਾਂ। ਹੁਣ ਇਹਨਾਂ ਨੇ ਕੀ 4.30 ਕਰਤਾ ਇਹਨਾਂ ਨੇ 30 ਪੈਸੇ ਵਧਾ ਜੀ, ਦਿੱਤੇ। 30 ਪੈਸੇ ਮਾਂ ਵਧਾਏ। ਸਦਕੇ ਠੀਕ ਹੈ 30 ਪੈਸੇ ਥੋੜੇ ਨੇ ਕਿਤੇ। 30 ਪੈਸੇ ਨਾਲ ਤੁਸੀਂ ਦੇਖੋ ਦੁਨੀਆ ਖਰੀਦ ਸਕਦੇ ਹੋ ਮੇਰੇ ਵੀਰ। 30 ਪੈਸੇ ਮਜ਼ਾਕ, ਵਾਕਈ ਇਹ ਸ਼ਿਵ ਉਹਨਾਂ ਦੀ ਗੱਲ ਠੀਕ ਹੈ, ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ। ਕੁਝ ਕਹਿ ਰਹੇ ਇਹ ਕੋਈ ਭਿਖਾਰੀ ਵੀ ਨਹੀਂ ਲੈਂਦਾ ਜੀ 30 ਪੈਸੇ। ਤੁਸੀਂ ਇਹ ਦੇਖੋ ਅੱਜ ਕੱਲ ਭਿਖਾਰੀ ਵੀ ਪੰਜ- ਅੱਜ ਤੁਸੀਂ ਐਂ ਪੰਜ ਕਰੋ, ਉਹਨੂੰ ਦਸ ਰੁਪਿਆ ਦਿਓ ਨਾ ਹਾਂ ਤੇ ਉਹ ਸੁੱਟ ਦਿੰਦਾ। ਹੋਰ ਹੀ ਝਾਕਦਾ ਜੀ ਉਹ। ਹੂੰ। ਠੀਕ ਹੈ, ਘੱਟੋ ਘੱਟ 5 ਰੁਪਏ ਦਾ ਮੰਗਦਾ ਜੀ। ਠੀਕ ਹੈ, ਬਾਕੀ ਇਹ ਗੱਲ ਰਹੀ ਬੈਗ ਕੁਆਲਿਟੀ ਬੈਗਸ ਦੀ ਤੇ ਟੀ-ਸ਼ਰਟ ਦੀ। ਇਹ ਬੰਦਾ ਕੋਈ ਟੀ-ਸ਼ਰਟ ਪਾ ਕੇ ਅਸੀਂ ਡਬਲ ਕਿਉਂ ਪਾਉਂਦੇ ਆ? ਸਾਨੂੰ ਕੋਈ ਚਾਹ ਨਹੀਂ ਇਸ ਚੀਜ਼ ਦਾ। ਸਿੰਥੈਟਿਕ ਸਿੰਥੈਟਿਕ ਆ ਬਹੁਤ, ਜਾਣੇ ਕਿ ਲੋ ਕੁਆਲਿਟੀ ਦਾ ਬਣਿਆ ਹੋਇਆ ਇਹ ਚੀਜ਼। ਤੇ ਸਾਡੀ ਪਿੰਡੇ ਸਾਰਿਆਂ ਦੇ ਛੱਲੇ ਹੋਇਆ, ਮੁੰਡਿਆਂ ਦੇ ਟੂਈਆਂ ਲਵਾ ਕੇ ਦੇਖ ਲਓ ਇਹਨਾਂ ਦੀਆਂ, ਸਾਰਿਆਂ ਦੇ ਪਿੰਡੇ ਛੱਲੇ ਹੋਇਆ। ਇਹ ਵੀ ਗੱਲ Skin ਇੱਕ problem ਹਾਂ, ਬਣਦੀ ਹੈ ਇਸ ਇੱਕ ਗੱਲ ਚੀਜ਼ ਇਹ ਵੀ ਦੱਸੋ, ਹੁਣ ਤੁਸੀਂ ਜਿਵੇਂ ਤੁਸੀਂ ਬੈਗ ਲੈ ਕੇ ਜਾਂਦੇ ਹੋ, ਸਾਰੇ ਬੈਗ ਹੈ ਜਾਂ ਟੀ-ਸ਼ਰਟ ਹੈ, ਜਦੋਂ ਤੁਸੀਂ ਨੌਕਰੀ ਛੱਡ ਦਿੰਦੇ ਹੋ ਉਦੋਂ ਇਹ ਪੈਸੇ ਤੁਹਾਨੂੰ ਵਾਪਸ ਕਰਦੇ ਆ? ਵੀ ਤੁਸੀਂ ਕਹੇ ਵੀ ਮੇਰੀ ਟੀ-ਸ਼ਰਟ ਲੈ ਲਓ ਜੀ, ਬੈਗ ਲੈ ਲਓ ਜੀ? ਨਹੀਂ ਸਰ, ਵਾਪਸ ਕੋਈ ਨਹੀਂ ਕਰ ਰਿਹਾ। ਇਹ ਬਸ ਵਾਪਸ ਨਹੀਂ ਕਰਦੇ। ਵਾਪਸ ਨਹੀਂ ਨਹੀਂ ਕਰਦੇ। ਨਹੀਂ ਕਰਦੇ ਜੀ ਇਹ। ਹੁਣ ਦੱਸੋ ਵੀ ਇਹ ਵੀ ਨਹੀਂ ਸਮਝ ਆਈ ਵੀ ਕਿਉਂ ਇਹਨਾਂ ਨੂੰ ਰਿਫੰਡ ਕਿਉਂ ਨਹੀਂ ਕਰਦੇ, ਜਦੋਂ ਕਿ ਐਡਵਰਟਾਈਜ਼ਮੈਂਟ ਉਹਨਾਂ ਦੀ ਡਿਲੀਵਰੀ ਜ਼ੋਮੈਟੋ ਦੀ ਕਰਨੀ ਹੈ, ਤੇ ਫਿਰ ਵੀ ਧੱਕਾ ਇੰਨਾ ਜਿਹੜਾ ਆ। ਵਾਹਿਗੁਰੂ ਦੇਖਦਾ ਮੇਰੇ ਵੀਰ, ਇਹ ਪੈਸਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਪੈਸਾ ਨਾਲ ਨਹੀਂ ਜਾਂਦਾ। ਪੈਸੇ ਨੇ ਇਸ ਕਰੋਨਾ ਦੇ ਵਿੱਚ ਵੀ ਦੇਖ ਲਿਆ ਵੀ ਵੱਡੇ ਵੱਡੇ ਧਨਾੜ ਜਿਹੜੇ ਸੀ ਨਾ, ਢਹਿ ਢੇਰੀ ਕਰਤੇ। ਪੈਸਾ ਸਾਥ ਨਹੀਂ ਜਾਂਦਾ। ਇਨਸਾਨੀਅਤ ਇੱਕ ਜਿਹੜੀ ਉਹ ਬੜੀ ਕੰਮ ਕਰਦੀ ਹੈ। ਇਹੋ ਜਿਹੇ ਸ਼ੌਕੀਨ ਮੁੰਡੇ ਤੁਸੀਂ ਦੇਖ ਲਓ, ਇਹ ਸਾਰੇ ਜਿੰਨੇ ਨੇ ਨਾ, ਇਹ ਜਦੋਂ ਤੁਸੀਂ ਇਹਨਾਂ ਨੂੰ ਕਿਸੇ ਵਿਆਹ ਸ਼ਾਦੀਆਂ 'ਚ ਦੇਖੋਗੇ, ਵੈਲ ਡਰੈਸ ਅਪ ਹੋਣਗੇ ਨਾ, ਬੜੇ ਸੋਹਣੇ ਚੰਗੇ ਘਰਾਂ ਤੋਂ ਨੇ ਬੱਚੇ। ਪਰ ਕੀ ਹੈ ਵੀ ਹੁਣ ਜਦੋਂ ਬਿਜ਼ਨਸ ਕਰਨਾ ਹੈ, ਨੌਕਰੀ ਕਰਨੀ ਹੈ, ਘਰ ਦੇ 100 ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਮਜਬੂਰੀਆਂ ਹੁੰਦੀਆਂ, ਤੇ ਉਹ ਇਸ ਕਰਕੇ ਬੰਦਾ ਆਹ ਕੰਮ ਕਰਦਾ। 30 ਪੈਸਿਆਂ ਪਿੱਛੇ ਤੁਸੀਂ ਇਹ ਦੇਖੋ, ਇਹ ਲੋਕ ਇਹਨਾਂ ਨੂੰ ਕਿਸ ਤਰੀਕੇ ਨਾਲ ਬੇਇੱਜ਼ਤ ਕਰ ਰਹੇ। ਜਿੱਥੋਂ ਤੱਕ ਇਹਨਾਂ ਦਾ ਕਹਿਣਾ ਹੈ, ਸ਼ਿਵ ਹੋਣਾ ਦਾ, ਵੀ ਸਾਡੇ ਨਾਲ। ਹਾਂਜੀ ਇੱਕ ਦੋ ਹੋਰ ਕੁਐਸਚਨ ਹੈ। ਜਿੱਦਾਂ ਹੁਣ ਮੈਂ ਗ੍ਰੈਜੂਏਟ ਆਈ, ਮੈਂ ਬਹੁਤ ਵਧੀਆ ਇੰਜੀਨੀਅਰਿੰਗ ਦੀ ਸਟੱਡੀ ਕੀਤੀ ਹੋਈ ਹੈ ਮੇਰੀ, ਓਕੇ। ਬਟ ਮੇਰੇ ਕੋਲ ਵਧੀਆ ਜੌਬ ਸੀ ਲੋਕਡਾਊਨ ਤੋਂ ਪਹਿਲਾਂ। ਮੈਂ AGS ਫਰਮ ਬੰਬੇ ਦੀ ਕੰਪਨੀ ਸੀਗਾ ਜੀ। ਠੀਕ ਹੈ, ਲੋਕਡਾਊਨ ਹੋ ਗਿਆ, ਸ਼ਟਡਾਊਨ ਹੋ ਗਿਆ ਸਾਰਾ, ਤੇ ਮੈਨੂੰ ਇੱਧਰ ਪਾਰਟ ਟਾਈਮ ਕਰਨਾ ਸ਼ੁਰੂ ਕਰਤਾ ਮੈਂ। ਹੁਣ ਉਹਨੂੰ ਮੈਂ ਫੁੱਲ ਟਾਈਮ ਕਰ ਰਿਹਾ ਇਸੇ ਕਰਕੇ। ਠੀਕ ਹੈ, ਬਾਕੀ ਸਾਡੀ ਸੁਣਵਾਈ ਕੋਈ ਨਹੀਂ ਗੀ, ਨਾ ਕੋਈ ਕਸਟਮਰ ਕੇਅਰ ਨਾਲ ਸੁਣਦਾ, ਸਾਰਾ ਆਨਲਾਈਨ ਸਿਸਟਮ ਹੈ ਇਹਨਾਂ ਦਾ। ਜੇ ਤੁਹਾਨੂੰ ਪਲੈਂਟੀ ਪੈਗੀ ਕਹਿਣਗੇ ਟਿਕਟ ਪਾ ਦਿਓ, TL ਵੀ ਕਹੂਗਾ ਸਾਨੂੰ ਟਿਕਟ ਪਾ ਦਿਓ। ਠੀਕ ਹੈ, ਸੁਣਵਾਈ ਹੈ ਨਹੀਂ। ਕੋਈ ਸੁਣਵਾਈ ਨਹੀਂ ਹੈਗੀ ਜੀ। ਘੱਟੋ ਘੱਟ ਸਰ ਜੇ ਆਪਾਂ ਟਿਕਟ ਪਾਉਂਦੇ ਨੇ ਜੀ, ਘੱਟੋ ਘੱਟ ਇੱਕ ਘੰਟੇ ਬਾਅਦ ਸੁਣਵਾਈ ਹੁੰਦੀ ਹੈ ਇਹਦੀ ਜੀ। 1 ਘੰਟੇ ਬਾਅਦ ਸਰ ਕਿਹੜੀ ਸੁਣਵਾਈ ਹੁੰਦੀ ਹੈ? ਇੱਕ ਆਟੋਮੈਟਿਕਲੀ ਸਰ ਡਿਲੀਵਰੀ ਬॉय ਦੇ ਸਾਰੀ ਪਲੈਂਟੀ ਪੈ ਜਾਂਦੀ ਹੈ ਜੀ। ਸਰ ਕੁਝ ਵੀ ਦੇਖੋ 20 ਕਰਕੇ ਅਸੀਂ ਡਿਲੀਵਰੀ ਬॉय ਨੂੰ ਕਿੰਨੇ ਕੁ ਪੈਸੇ ਮੰਥਲੀ ਬਣ ਜਾਂਦੇ? ਸਰ ਮੰਥਲੀ ਕੁਝ ਨਹੀਂ ਬਣਦਾ, 10,000 ਰੁਪਏ ਸਰ ਵਿੱਚ ਹੀ ਤੇਲ ਪਾ ਕੇ ਜੀ। ਵਿੱਚ 10 11,000 12,000 ਬਸ। ਪੈਨਲਟੀ ਕਿੰਨੀ ਪੈਂਦੀ ਹੈ? ਪਲੰਟੀ ਸਰ 700 ਪੈ ਜਾਂਦੀ, 500 ਪੈ ਜਾਂਦੀ ਹੈ ਜੀ। ਲਾਸਟ 800 ਦੀ ਜਿੰਨਾ ਆਰਡਰ ਹੁੰਦਾ ਸਰ ਉਸ ਤੋਂ ਅੱਧੀ ਪੈ ਜਾਂਦੀ ਹੈ ਜੀ। ਬਟ ਸਰ ਬਾਕੀ ਹੋਰ ਗੱਲ ਹੈ ਜੀ, ਜੇ ਆਪਾਂ ਕੰਮ ਕਰਦੇ 20 ਰੁਪਏ ਕਰਕੇ ਕਮਾਉਂਦੇ ਆ ਜੀ, ਦਿਹਾੜੀ ਸਰ ਆਪਾਂ 400 ਰੁਪਏ ਕਮਾਉਂਦੇ ਆ ਜੀ, ਉਹਨਾਂ ਸਰ ਬਾਈਕ ਤੇ ਖਰਚਾ ਵੀ ਆ ਜਾਂਦਾ ਜੀ। ਜੇ ਕੋਈ ਸੈਸ਼ਨ ਬੈਗ ਦੀ ਹਾਂਜੀ ਸਰ ਕੁਝ ਵੀ ਨਹੀਂ ਮਿਲਦਾ ਜੀ। ਨਾਲੇ ਜਾਣ ਦੇ ਪੈਸੇ ਦਿੰਦੀ ਹੈ ਇਕੱਲੀ ਕੰਪਨੀ, ਆਉਂਦੇ ਪੈਸੇ ਰਿਟਰਨ ਦੇ ਨਹੀਂ ਦਿੰਦੀ। ਕੁਛ ਵੀ ਨਹੀਂ ਸਾਨੂੰ ਦਿੰਦੀ ਵਾਪਸ ਹੈਗੀ। ਰੈਸਟੋਰੈਂਟ ਤੇ ਆਉਣਾ ਪੈਂਦਾ। ਜਿੱਥੇ ਜਾਣ ਦੇ ਪੈਸੇ ਦਿੰਦੀ, ਮੰਨ ਲਓ 5 ਕਿਲੋਮੀਟਰ ਦੇ ਪੈਸੇ ਦਿੰਦੇ ਆ, 4 ਰੁਪਏ ਪਰ ਕਿਲੋਮੀਟਰ ਦੇ ਸਾਰਾ ਅਕੋਰਡਿੰਗ ਕੁਝ ਆਪਦਾ ਹੋ ਗਿਆ ਜੀ। ਜਾਣ ਦੇ ਪੈਸੇ ਦਿੰਦੀ ਹੈ ਕੰਪਨੀ, ਆਉਣ ਦੇ ਪੈਸੇ ਨਹੀਂ ਦਿੰਦੀ। ਇਹ ਤੁਸੀਂ ਦੇਖੋ, ਇਹਨੇ ਸਿੰਘ ਸਾਹਿਬ ਨੇ ਰੋਕਤਾ ਵੀ ਯਾਰ ਇੱਕ ਜਣਾ ਬੋਲੋ। ਉਹ ਭਰਾਵਾ, ਇਹ ਤਾਂ ਸ਼ੁਕਰ ਹੈ ਵੀ ਸਾਰੇ ਜਣੇ ਹਲੇ ਚੀਕਣਾ ਨਹੀਂ ਸ਼ੁਰੂ ਹੋਏ। ਇਹ ਜਦੋਂ ਜਿਹਦੇ ਤੇ ਪੈਂਦੀ ਹੈ ਨਾ, ਉਹਨੂੰ ਪਤਾ ਹੁੰਦਾ ਵੀ ਸਾਡਾ ਕੀ ਬੁਰਾ ਹਾਲ ਹੈ। ਜੇ ਖਾਲੀ ਹੱਥ ਘਰ ਜਾਂਦੇ ਆ ਤੇ ਉਹ ਘਰ ਦੇ ਗਾਲਾਂ ਕੱਢਦੇ ਆ ਵੀ ਭਾਈ ਸਾਹਿਬ ਗਏ ਸੀ ਬਾਹਰ ਤੇ ਤੁਸੀਂ ਕੀ ਕਮਾ ਕੇ ਲਿਆਏ ਹੋ। ਇਹਨਾਂ ਚੋਂ ਬੜੇ ਜਣੇ ਵਿਆਹੇ ਹੋਣਗੇ ਤੇ ਬੱਚਿਆਂ ਨੂੰ ਆਸ ਹੋਣੀ ਹੈ ਵੀ ਪਾਪਾ ਜ਼ੋਮੈਟੋ 'ਚ ਲੱਗਿਆ ਜੀ, ਲੋਕਾਂ ਦੇ ਢਿੱਡ ਭਰਦੇ ਤੇ ਆਪਣੇ ਬੱਚਿਆਂ ਦੇ ਢਿੱਡ ਖਾਲੀ।
ਕਾਰਨ ਇਹ ਕੰਪਨੀਆਂ ਜ਼ੋਮੈਟੋ ਕੰਪਨੀ ਮੁਰਦਾਬਾਦ, ਜ਼ੋਮੈਟੋ ਕੰਪਨੀ ਮੁਰਦਾਬਾਦ, ਜ਼ੋਮੈਟੋ ਕੰਪਨੀ ਮੁਰਦਾਬਾਦ, ਜ਼ੋਮੈਟੋ ਕੰਪਨੀ ਮੁਰਦਾਬਾਦ, ਜ਼ੋਮੈਟੋ ਕੰਪਨੀ ਮੁਰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਨੂੰ ਸਾਡੀ ਆਪਦੀ ਕੋਈ ਦਿੱਤੀ ਜਾਵੇ। ਦਿੱਤੀ ਜਾਵੇ। ਹੁਣ ਜ਼ਿੰਦਾਬਾਦ ਮੁਰਦਾਬਾਦ ਵੀ ਹੋਗੀ, ਆਪਣੇ ਦੁਖੜੇ ਵੀ ਰੋਲੇ। ਹੁਣ ਆਪਾਂ ਕੀ ਚਾਹੁੰਦੇ ਆ ਛੋਟੇ ਵੀਰ? ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇਸ ਤੁਹਾਡੇ ਜਿਹੜੇ ਹੈਗੇ ਆ ਕੰਮ ਕਰਦੇ ਆ, ਪਰ ਇਹਨਾਂ ਦੇ EMPLOYEE ਹੈਗੇ ਆ, ਕੋਈ ਸੁਣਵਾਈ ਨਹੀਂ ਕਰਦੇ। ਮੇਨ ਤਾਂ ਪਹਿਲੀ ਗੱਲ ਤਾਂ ਜਿਹੜੀ ਹੈਗੀ ਬੰਦੇ ਦਾ ਪਰਸੋਂ ਉੱਥੇ ਐਕਸੀਡੈਂਟ ਹੋਇਆ, ਕੁਝ ਨਹੀਂ ਮਿਲਿਆ। ਤੁਸੀਂ ਇੰਸ਼ੋਰੈਂਸ ਦਿੰਦੇ ਹੋ, ਕਿੱਥੇ ਹੈ ਇੰਸ਼ੋਰੈਂਸ? ਕੁਛ ਤਾਂ ਕਰੋ। ਉਹ ਦਿਖਾਉਂਦੇ ਸਾਨੂੰ ਪਾਲਿਸੀ ਹੈ ਤੁਹਾਡੀ, ਉਹ ਕੁਝ ਵੀ ਨਹੀਂ ਸਾਡੇ ਕੋਲ। ਕੁਝ ਠੀਕ ਹੈ, ਬਿਲਕੁਲ ਸਾਨੂੰ ਦਿਓ। ਇੱਕ ਤੇ ਇੱਕ ਹੋਰ ਹੀ, ਕਿਉਂਕਿ ਆਪਣੇ ਕੋਈ ਵੀ ਆਰਗੇਨਾਈਜੇਸ਼ਨ ਚੱਲਦੀਆਂ ਜਿਹੜੀਆਂ, ਆਪਣਾ ਇੱਕ EPF ਫਾਈਂਡ ਕੱਟੀਦਾ ਜੀ, ਜਿਹਦੇ ਵਿੱਚ ਹਰ EMPLOYE ਦਾ, ਜਿੱਦਾਂ ਮੰਨ ਕੇ ਚਲੋ ਮੇਰਾ 500 ਰੁਪੀਸ ਕੱਟੇ ਗਏ। ਅਸੀਂ ਜਿਹੜੀਆਂ ਮੈਂ ਦੂਸਰੀਆਂ ਫਰਮ ਦੇ ਵਿੱਚ ਕੰਮ ਕੀਤਾ ਨੇ, ਉਹਦੇ ਵਿੱਚ ਕੀ ਆਪਣਾ 500 ਰੁਪਏ ਮੇਰਾ ਕੱਟਿਆ ਗਿਆ, ਤੇ 500 ਰੁਪਏ ਕੰਪਨੀ ਪੇ ਕਰੂਗੀ, ਮੇਰਾ 1000 ਰੁਪਏ ਉਹ ਅਲੱਗ ਜਮਾ ਹੋਊਗਾ। ਤੁਸੀਂ ਜਾਣਦੇ ਆ ਇਸ ਚੀਜ਼ ਨੂੰ, ਸਾਡਾ ਕੁਝ ਨਹੀਂ ਕੱਟੀਦਾ ਇਹਦੇ ਵਿੱਚ। ਠੀਕ ਹੈ, ਇਹ ਵੀ ਇੱਕ ਧੱਕਾ ਹੀ ਹੈ ਸਾਡੇ ਨਾਲ ਬਹੁਤ ਜ਼ਿਆਦਾ ਵੱਡਾ। ਜਿਹੜਾ ਸਾਡਾ EPF ਫੰਡ ਸਾਡਾ ਕੱਟਿਆ ਜਾਵੇ, ਸਾਨੂੰ ਉਹਦੇ ਵਿੱਚ ਵੀ ਬੈਨੀਫਿਟ ਹੋਵੇ, ਸਾਡਾ ਕੁਝ ਪੈਸਾ ਸੇਵ ਹੋਵੇ। ਠੀਕ ਹੈ, ਉਹਦੇ ਵਿੱਚ ਕੋਈ ਸਹੂਲਤ ਮਿਲੇ ਸਾਨੂੰ। EMPLOYEE ਸਭ ਕੁਝ ਹੋਵੇ, ਬੰਦੇ ਕੋਲ ਹੁੰਦਾ। ਅਸੀਂ EMPLOYE ਆ ਕੰਪਨੀ ਦੇ, ਸਾਡੀ ਐਜ਼ ਏ ਸਾਨੂੰ ਆਫਰ ਮੰਨ ਕੇ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਤੁਸੀਂ ਲੋਕ ਕਹਿੰਦੇ ਨੇ ਵੀ ਅਸੀਂ ਕੰਪਨੀ ਦੇ EMPLOYE ਹਾਂ, ਮੈਨੂੰ ਇਹ ਲੱਗਦਾ ਵੀ ਇਹ ਸੋਚਦੇ ਆ ਵੀ ਅਸੀਂ ਤਾਂ ਇੱਕ ਹੁੰਦਾ ਨਾ ਯੂਜ਼ ਐਂਡ ਥਰੋ। ਠੀਕ ਹੈ, ਜਿੰਨੀ ਦੇਰ ਇਹ ਲੋਕ ਜਿੰਨੀ ਦੇਰ ਕੰਮ ਕਰਨਗੇ, ਉਹਦੇ ਲਈ ਉਦੋਂ ਤੱਕ ਸਾਡੇ ਲਈ ਸੋਨਾ ਨੇ, ਉਨੀ ਦੇਰ ਤੱਕ, ਮਤਲਬ ਜਦੋਂ ਤੱਕ ਇਹ ਕੰਮ ਕਰਦੇ ਨੇ, ਸਾਨੂੰ ਇਹਨਾਂ ਲਈ ਕੁਝ ਨਾ ਕਰਨਾ ਪਵੇ। ਤੇ ਅੱਛਾ, ਇੱਕ ਹੋਰ ਮੈਨੂੰ ਇਹ ਵੀ ਦੱਸ ਦਿਓ ਵੀ ਜਦੋਂ ਹੁੰਦਾ ਕਈ ਵਾਰੀ ਵੀ ਸਪੋਜ਼ ਕਿਸੇ ਨੂੰ ਕੱਢਤਾ, ਨੌਕਰੀ ਚੋਂ ਕੱਢਤਾ, ਕੋਈ ਟਾਈਮ ਦਾ ਹੁੰਦਾ ਵੀ ਤੁਸੀਂ ਮਹੀਨਾ ਪਹਿਲਾਂ ਦੱਸਣਾ ਹੈ, ਜਾਂ ਇਹਨਾਂ ਨੇ ਕਿਹਾ ਹੋਵੇ ਵੀ ਅਸੀਂ ਤੁਹਾਨੂੰ ਮਹੀਨਾ ਪਹਿਲਾਂ ਮਜ਼ਾਕ ਵਾਲੀ ਗੱਲ ਹੈ ਜੀ, ਕੋਈ ਨਹੀਂ ਪੁੱਛਦਾ। ਜਿੱਦਾਂ ਹੁਣ ਤੁਸੀਂ ਅੱਜ ਤੁਹਾਡੀ ਮੇਲ ਪੈ ਗਈ ਆ, ਸਵੇਰ ਨੂੰ ਤੁਸੀਂ ਟਰਮੀਨੇਟ ਹੋ, ਉਹਦੀ ਕੋਈ ਸੁਣਵਾਈ ਨਹੀਂ, ਕੋਈ ਕੁਝ ਨਹੀਂ ਕਰ ਸਕਦੇ, ਔਨ ਦਾ ਸਪੌਟ ਕੰਮ ਹੋ ਜਾਂਦਾ ਹੈ ਬਸ। ਕੋਈ ਰੀਜ਼ਨ ਨਹੀਂ ਦੱਸਦੇ, ਕੋਈ ਰੀਜ਼ਨ ਨਹੀਂ, ਕੋਈ ਕੁਝ ਤੁਹਾਨੂੰ ਦੱਸਿਆ ਨਾ, ਸੁਣਵਾਈ ਕੋਈ ਨਹੀਂ ਨਾ। ਕਸਟਮਰ ਕੇਅਰ ਤੇ ਕਾਲ ਕਰਦੇ, ਉਹ ਕਹਿੰਦੇ ਟਿਕਟ ਪਾ ਦਿਓ, ਟਿਕਟ ਪਾਉਂਦੇ ਆ, ਉਹਦਾ ਕੋਈ ਰਿਪਲਾਈ ਨਹੀਂ ਆਉਂਦਾ। ਠੀਕ ਹੈ ਜੀ, ਮੰਨ ਕੇ ਚਲੋ ਸਾਡਾ ਟੀਮ ਲੀਡਰ ਕੌਣ ਹੈ ਜੀ, ਜੋ ਇੱਥੇ ਬਠਿੰਡੇ ਨੂੰ ਸਾਂਭਦੇ, ਉਹੀ ਟੀਮ, ਉਹਨਾਂ ਨੂੰ ਕਹਿੰਦੇ, ਉਹ ਕਹਿੰਦੇ ਟਿਕਟ ਪਾ ਦਿਓ, ਮੇਰੇ ਬਸ ਕੁਝ ਨਹੀਂ, ਉੱਪਰ ਵਾਲਿਆਂ ਨੂੰ ਦੇਖਣਾ ਪੈਣਾ। ਠੀਕ ਹੈ, ਇਹ ਚੀਜ਼ਾਂ ਹੋ ਜਾਂਦਾ ਜੀ। ਟੀਮ ਲੀਡਰ ਹੀ ਨਹੀਂ ਦੇਖਿਆ। ਦੇਖੋ ਜੀ, ਗੱਲ ਇਹ ਹੈ ਵੀ ਕੁੱਲ ਮਿਲਾ ਕੇ ਇਹ ਲੋਕ ਸਾਰੇ ਦੁਖੀ ਨੇ। ਜ਼ੋਮੈਟੋ ਕੰਪਨੀ ਦੇ ਅਫਸਰ ਸੁਣਦੇ ਹੋਣਗੇ ਤੇ ਉਹਨਾਂ ਨੂੰ ਰਿਕੁਐਸਟ ਹੈ, ਮੇਰੇ ਵੀਰ ਬੇਨਤੀ ਕਰ ਸਕਦੇ, ਇਸ ਤਾਂ ਗਰੀਬ ਆਦਮੀ ਇਹੀ ਹੁੰਦਾ ਕਿ ਇਹ ਬੰਦਿਆਂ ਦੀਆਂ ਮਜਬੂਰੀਆਂ ਨੇ, ਉਹਨਾਂ ਨੂੰ ਸਮਝੋ। ਇਕੱਲੇ ਆਪਣੇ ਆਪਾਂ ਢਿੱਡ ਨਾ ਭਰੀਏ। ਜੇ ਹੁਣ ਤੁਸੀਂ ਦੇਖੋ ਵੀ 30 ਪੈਸੇ ਦਾ ਮਜ਼ਾਕ ਹੀ ਹੈ ਨਾ, ਵੀ 30 ਪੈਸੇ ਤੁਸੀਂ ਵਧਾਏ ਨੇ, ਜਾਂ ਫਿਰ ਹੁਣ ਇਹਨਾਂ ਦੀਆਂ ਟੀ-ਸ਼ਰਟਾਂ ਦੇ ਤੁਸੀਂ ਪੈਸੇ ਲੈ ਰਹੇ ਹੋ, ਐਡ ਜਿਹੜੀ ਤੁਸੀਂ ਆਪਣੀ ਕਰ ਰਹੇ ਹੋ, ਲੋਕੀ ਐਡ ਦੇ ਪੈਸੇ ਦਿੰਦੇ ਆ ਮੇਰੇ ਵੀਰ, ਹਨਾ। ਜੇ ਸਪੋਜ਼ ਕੋਈ ਆਂਦਾ ਨਾ ਕਿਸੇ ਚੀਜ਼ ਦੇ ਉੱਤੇ, ਆਪਾਂ ਟੀ-ਸ਼ਰਟ ਕਿਸੇ ਦੀ ਪਾ ਕੇ ਜਾਂਦੇ ਆ, ਤਾਂ ਅਗਲਾ ਉਹ ਤੁਹਾਨੂੰ ਪੈਸੇ ਦਿੰਦਾ, ਲੈਂਦਾ ਵੀ ਹਾਂਜੀ ਠੀਕ ਹੈ ਜੀ, ਇਹ ਤੁਹਾਡੇ ਸਾਰੇ ਬ੍ਰਾਂਡ ਐਂਬੈਸਡਰ ਨੇ, ਇਹ ਕਹਿ ਲਓ, ਇਹ ਪ੍ਰਮੋਸ਼ਨ ਤੁਹਾਡੀ ਕਰਦੇ ਪਏ ਨੇ, ਤੇ ਤੁਸੀਂ ਇਹਨਾਂ ਤੋਂ ਪੈਸੇ ਲੈ ਰਹੇ ਹੋ। ਮੇਰੇ ਵੀਰ, ਮੇਰੀ ਗੱਲ ਮੁੱਕ ਲੈਂਦੇ, ਕੋਈ ਗੱਲ ਨਹੀਂ, ਤੇਰੀਆਂ ਸਾਰੀਆਂ ਪ੍ਰਮੋਸ਼ਨ ਨਹੀਂ ਕਰਦੇ ਨਾ ਸਰ, ਸਾਨੂੰ ਫਾਈਨ ਪਲੈਂਟੀ ਪੈਂਦੀ ਹੈ ਇਸ ਚੀਜ਼ ਦੀ। ਜੇ ਅਸੀਂ ਬੈਗ ਦੀ ਫੋਟੋ ਨਹੀਂ ਪਾਉਂਦੇ, ਜਾਂ ਟੀ-ਸ਼ਰਟ ਦੀ, ਉਹ ਦੱਸ ਰਿਹਾ ਤੁਹਾਨੂੰ ਮੈਂ ਵੀ ਟੀ-ਸ਼ਰਟ ਦੀ ਜਾਂ ਬੈਗ ਦੀ ਫੋਟੋ ਨਹੀਂ ਪਾਉਂਦੇ, ਉਹਦੀ ਵੀ ਸਾਨੂੰ ਪਲੈਂਟੀ ਪੈਂਦੀ ਹੈ ਜੀ, 500 ਰੁਪਿਆ, ਵੀ ਤੁਸੀਂ ਫੋਟੋ ਕਿਉਂ ਨਹੀਂ ਪਾਈ। ਹਾਂ, ਦਿੱਕਤ ਇਹ ਵੀ ਹੈ, ਪ੍ਰਮੋਸ਼ਨ ਧੱਕੇ ਨਾਲ ਕਰਾ ਰਹੇ ਆ। ਮਜਬੂਰੀ ਆ, ਉਹਨਾਂ ਨੂੰ ਪਤਾ ਹੈ ਵੀ ਇਹ ਬਈ ਇਹ ਉਹ ਲੋਕ ਨੇ ਜਿਹੜੇ ਹੈਂਡ ਟੂ ਮਾਊਥ ਨੇ, ਇਹਨਾਂ ਦੀ ਮਜਬੂਰੀ ਹੈ, ਤੇ ਅਸੀਂ ਉਸ ਮਜਬੂਰੀ ਦਾ ਫਾਇਦਾ ਚੁੱਕਣਾ। ਤੁਸੀਂ ਦੇਖੋ ਵੀ 500 ਰੁਪਿਆ ਫਾਈਨ ਹੈ, ਨਾਲੇ ਪੈਸੇ ਆਪ ਦਿੱਤੇ ਇਹਨਾਂ ਨੇ ਇਹਨਾਂ ਚੀਜ਼ਾਂ ਦੇ, ਤੇ ਉਸ ਤੋਂ ਬਾਅਦ ਇਹ ਲੋਕ ਤੁਹਾਨੂੰ ਫਾਈਨ ਵੀ ਦੇਣ। ਵਾਹ ਮੇਰੇ ਮੌਲਾ, 5 ਦਿਨ ਪਹਿਲਾਂ ਲਈਏ ਜੀ, ਇਸ ਤਰ੍ਹਾਂ ਹੋ ਗਈ। ਚਲੋ ਆਹ ਦੇਖ ਲਓ, ਇਹ ਚੀਜ਼ਾਂ। ਚਲੋ ਗੱਲ ਇਹ ਹੈ ਵੀ ਕੁੱਲ ਮਿਲਾ ਕੇ ਜੀ, ਵੀ ਜਿਹੜਾ ਧੱਕਾ ਹੋ ਰਿਹਾ, ਹੁਣ ਤੁਸੀਂ ਕੀ ਚਾਹੁੰਦੇ ਹੋ? ਕੁੱਲ ਮਿਲਾ ਕੇ ਗੱਲ ਆਪਾਂ ਇਹ ਕਰੀਏ। ਸਰ ਮੈਂ ਚਾਹੁੰਦਾ ਤਾਂ ਇਹੀ ਹੈ, ਬਟ ਮੈਂ ਸ਼ਾਰਟ ਦੇ ਵਿੱਚ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਅਲੱਗ ਤੋਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਆਪਾਂ ਪਿਛਲੀ ਵਾਰੀ ਵੀ ਕਿਹਾ ਸੀਗਾ, ਜਦੋਂ ਯਾਦ ਹੋਏਗਾ ਜਨਵਰੀ ਦੇ ਵਿੱਚ ਸਟ੍ਰਾਈਕ ਹੋਈ ਸੀਗੀ। ਠੀਕ ਹੈ ਜੀ, ਉਸ ਟਾਈਮ ਇਹਨਾਂ ਨੇ ਮਤਲਬ ਜਦੋਂ ਸਟ੍ਰਾਈਕ ਹੋਈ, ਠੀਕ ਹੈ, ਇਹਨਾਂ ਨੇ ਸੁਣ ਲਈ ਗੱਲ, ਕਿਉਂਕਿ ਚੰਡੀਗੜ੍ਹ ਵੀ ਨਾਲ ਦੀ ਨਾਲ ਅੱਗ ਲੱਗ ਗਈ ਸੀਗੀ। ਠੀਕ ਹੈ ਜੀ, ਉਧਰ ਵੀ ਲੋਕਾਂ ਨੇ ਮਤਲਬ ਸਟ੍ਰਾਈਕ ਹੋ ਗਈ, ਸਾਰੇ ਪਾਸੇ ਰੌਲਾ। ਇਹਨਾਂ ਨੇ ਦੇਖਿਆ ਕਿ ਉਧਰ ਵੀ ਹੋ ਗਈ, ਇੱਧਰ ਵੀ ਹੋ ਗਈ ਹੈ, ਇਹ ਤਾਂ ਮਾਹੌਲ ਖਰਾਬ ਹੋ ਰਿਹਾ ਹੈ ਨਾ। ਤੇ ਉਸ ਟਾਈਮ ਇਹਨਾਂ ਨੇ 20 ਰੁਪਏ ਮੰਨੇ, ਉਸ ਟਾਈਮ 80 ਰੁਪਏ ਫਿਊਲ ਮਤਲਬ ਸੀਗਾ। ਅੱਛਾ, ਇੱਕ ਮੈਂ ਤੁਹਾਡੀ ਗੱਲ ਕਰ ਰਿਹਾ, ਜਦੋਂ ਮੰਨਦੇ ਨੇ ਕੀ ਇਹ ਤੁਹਾਨੂੰ ਕੋਈ ਰਿਟਰਨ ਦੇ ਵਿੱਚ ਦਿੰਦੇ ਨੇ, ਜਾਂ ਕੁਝ ਇਸ ਤਰ੍ਹਾਂ ਦਾ ਵੀ ਹਾਂ ਅਸੀਂ ਆ ਤੁਹਾਡੀ ਗੱਲ ਮੰਨ ਲਈ, ਕਿ ਵਰਬਲੀ ਹੁੰਦਾ ਵੀ ਠੀਕ ਆ ਯਾਰ ਕੋਈ ਗੱਲ ਨਹੀਂ, ਮੋਢੇ ਤੇ ਹੱਥ ਰੱਖਿਆ, ਦਲਾਸਾ ਦੇਤਾ ਵੀ ਕੋਈ ਗੱਲ ਨਹੀਂ, ਤੁਸੀਂ ਘਬਰਾਓ ਨਾ? ਇਹ ਵਰਬਲੀ ਨਹੀਂ ਹੁੰਦਾ, ਇਹ 250 ਬੰਦਿਆਂ ਦੇ ਫੋਨ ਦੇ ਵਿੱਚ ਜਿਹੜੀ ਐਪਲੀਕੇਸ਼ਨ ਹੈ, ਉਸ ਤੇ ਉਹ ਚੀਜ਼ ਸ਼ੋ ਹੋਣ ਲੱਗ ਜਾਂਦੀ ਹੈ। ਉਹ ਐਪ ਦੇ ਵਿੱਚ ਉਹ ਰੇਟ ਮੈਂਸ਼ਨ ਹੋ ਜਾਂਦਾ, ਆਉਣ ਲੱਗ ਜਾਂਦਾ। ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦਿਖਾਇਆ ਕਿ 15 ਰੁਪਏ ਆ ਰਿਹਾ। ਠੀਕ ਹੈ ਜੀ, ਹੁਣ ਇਹਨਾਂ ਨੇ ਤੁਹਾਡੀ ਸਹਾਇਤਾ ਦੇ ਸਹਾਇਤਾ ਦੇ ਮਦਦ ਦੇ ਨਾਲ ਸਾਨੂੰ ਇਹਨਾਂ ਨੇ 20 ਰੁਪਏ ਮੰਨ ਗਏ ਸੀ। 15 ਰੁਪਏ ਉਦੋਂ 20 ਰੁਪਏ ਮੰਨ ਗਏ ਸੀਗੇ, ਉਦੋਂ 80 ਜਾਂ 84 ਰੁਪਏ ਤੇਲ ਸੀਗਾ ਜੀ।
ਹੁਣ ਅੱਜ ਦੇ ਟਾਈਮ ਦੇ ਵਿੱਚ 20 ਰੁਪਏ ਹੋਰ ਪਲੱਸ ਹੋ ਗਏ ਜੀ। ਤੁਸੀਂ ਆਪ ਦੇਖੋ ਸਰ ਕਿ 20 ਰੁਪਏ ਪਲੱਸ ਕਰਨੇ ਚਾਹੀਦੇ ਆ। ਜੇ ਦੇਖਿਆ ਜਾਂਦਾ 20 ਰੁਪਏ ਪਲੱਸ ਕਰੋ ਨਾ ਤੁਸੀਂ। 20 ਰੁਪਏ ਆਰਡਰ ਉਸ ਟਾਈਮ ਤੁਸੀਂ ਹੁਣ ਤੱਕ 20 ਰੁਪਏ ਚੱਲ ਰਿਹਾ ਸੀ, ਕੱਲ ਤੱਕ 20 ਰੁਪਏ ਚੱਲ ਰਿਹਾ ਸੀਗਾ। ਘਟਾਤਾ ਇਹਨਾਂ ਨੇ। ਕੱਲ ਇਹਨਾਂ ਨੇ ਅੱਜ ਸਵੇਰੇ ਜਦੋਂ ਅਸੀਂ ਫੋਨ ਦੇਖਦੇ ਹਾਂ ਤਾਂ 15 ਰੁਪਏ। ਚਲੋ ਠੀਕ ਹੈ ਜੀ, ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਗੱਲ ਇਹ ਹੈ ਕੁੱਲ ਮਿਲਾ ਕੇ ਵੀ ਇਹਨਾਂ ਗਰੀਬਾਂ ਦੇ ਨਾਲ ਧੱਕਾ ਨਾ ਹੋਵੇ। ਦੂਜੀ ਗੱਲ ਇਹ ਮੇਰੇ ਵੀਰ, ਮੈਨੂੰ ਇਹ ਲੱਗਦਾ ਵੀ ਜਿਹੜੀਆਂ ਤੁਸੀਂ ਇਹਨਾਂ ਨੂੰ ਆ ਟੀ-ਸ਼ਰਟਾਂ ਵਗੈਰਾ ਦਿੰਦੇ ਹੋ, ਉਹ ਪੈਸੇ ਤੁਸੀਂ ਨਾ ਲਓ ਤਾਂ ਚੰਗੀ ਗੱਲ ਹੈ। ਗਰੀਬ ਆਦਮੀ ਆਪਣੇ ਪਾਣ ਜੋਗਰੇ ਤਾਂ ਇਹਨਾਂ ਕੋਲ ਕੱਪੜੇ ਨਹੀਂ ਹੁੰਦੇ ਤੇ ਤੁਹਾਡੀ ਬ੍ਰਾਂਡਿੰਗ ਕਰਦੇ ਰਹਿਣ, ਕਿਆ ਬਾਤ ਆ, ਅੱਛੀ ਗੱਲ ਹੈ। ਪਰ ਚਲੋ ਗੱਲ ਇਹ ਹੈ ਕੁੱਲ ਮਿਲਾ ਕੇ ਕਿ ਇੱਕ ਗੱਲ ਫਿਰ ਸੁਣ ਲਈ। ਹਾਂਜੀ, ਤੁਸੀਂ ਇਹ ਪੁੱਛਿਆ ਸੀ ਕਿ ਹੁਣ ਅਸੀਂ ਚਾਹੁੰਦੇ ਕੀ ਹੈ। ਅਸੀਂ ਸਿਰਫ ਸਾਡੀ ਦੋ ਹੀ ਮੰਗਾਂ ਹੈ। ਇੱਕ ਤਾਂ ਸਾਡਾ ਜਿਹੜਾ ਰੇਟ ਹੈ 20 ਰੁਪਏ ਤੋਂ ਜਿਹੜਾ ਇਹਨਾਂ ਨੇ 15 ਕਰਤਾ 25 ਕੀਤਾ ਜਾਵੇ, ਵਧਾਇਆ ਜਾਵੇ। ਜਿਵੇਂ ਇਹਨਾਂ ਨੇ ਕਿਹਾ ਨਾ ਵਧਾਇਆ, 20 ਸੀਗਾ 20 ਤੋਂ 25 ਕੀਤਾ ਠੀਕ ਹੈ, 20 ਰੁਪਏ ਤੋਂ 25 ਰੁਪਏ ਕੀਤਾ ਜਾਵੇ। ਕਿਲੋਮੀਟਰ ਜਿਹੜੇ ਵੀ ਅਸੀਂ ਸਹਿ ਲਾਂਗੇ, ਚਲੋ ਗਰੀਬ ਸਾਡੇ ਬੜੇ ਦਿਲਦਾਰ ਹੈਗੇ, ਉਹ ਸਹਿ ਲਾਂਗੇ ਅਸੀਂ, ਠੀਕ ਹੈ। 25 ਰੁਪਏ ਕੀਤਾ, ਲੇਕਿਨ ਨਿਊ ਜੁਆਇਨਿੰਗ ਬੰਦ ਕੀਤੀ ਜਾਵੇ। ਨਿਊ ਜੁਆਇਨਿੰਗ ਮਤਲਬ ਇਹ ਕਰ ਰਹੇ ਆ 1500 ਰੁਪਏ ਲੈਂਦੇ ਨਿਊ ਜੁਆਇਨਿੰਗ ਦਾ, ਉਹ ਚੀਜ਼ ਬੰਦ ਕੀਤੀ ਜਾਵੇ। ਉਹ ਵੀ ਇਹ ਕਿ ਧੋਖਾਧੜੀ ਕਰ ਰਹੇ ਆ, ਪਤਾ ਨਹੀਂ ਇਹ ਉਹ ਪੈਸੇ ਨਾਲ ਕੀ ਕਰਦੇ ਹੈ, ਗਰੀਬ ਦੇ ਪੈਸੇ ਨਾਲ। ਇਹ 1500 ਰੁਪਏ ਲੈਂਦੇ ਇੱਕ ਬੰਦੇ ਤੋਂ। ਨਿਊ ਜੁਆਇਨਿੰਗ ਦਾ ਵੀ ਕੋਈ ਇਹਨਾਂ ਦਾ ਟਾਰਗੇਟ ਨਹੀਂ ਹੁੰਦਾ ਵੀ ਅਸੀਂ ਸ਼ਹਿਰ ਦੇ ਵਿੱਚ ਇੰਨੇ ਬੰਦੇ ਰੱਖਣੇ ਆ, ਕਿਉਂਕਿ ਐ ਹੁੰਦਾ ਨਾ ਵੀ ਇੰਨੇ ਆਰਡਰ ਆਏ ਨੇ, ਇਸ ਹਿਸਾਬ ਨਾਲ ਹੈ। ਇੱਕ ਵੀਕ ਦੇ ਵਿੱਚ 4 TL ਨੂੰ ਇਹਨਾਂ ਦੀ ਜਾਨੀ ਕਿ ਪ੍ਰੈਸ਼ਰ ਹੁੰਦਾ ਹੈ ਉੱਪਰੋਂ ਵੀ ਤੁਸੀਂ 4 ਐਂਟਰੀਆਂ ਨਵੀਆਂ ਦੇਣੀਆਂ ਨੇ। ਜਿਹੜੇ ਤੁਸੀਂ 4 ਨਵੇਂ EMPLOYE ਜਾਨੀ ਕਿ ਤੁਸੀਂ ਕੰਪਨੀ ਦੇ ਵਿੱਚ ਐਡ ਕਰਨੇ ਆ। ਇਹਦਾ ਮੇਨ ਕਾਰਨ ਤਾਂ ਇਹ ਲੱਗਿਆ ਕੰਪਨੀ ਨਾਲ ਜ਼ੋਮੈਟੋ ਨੇ ਇਹਨਾਂ ਦੇ ਸ਼ੇਅਰ ਮਾਰਕੀਟ ਦੇ ਵਿੱਚ ਹੁਣ ਇਨਵੋਲਵ ਹੋਏ ਆ। ਇਹ ਉਹਦੇ ਵਿੱਚ ਇਹ ਆਪਣੀ ਸਟਰੈਂਥ ਸ਼ੋਅ ਕਰ ਰਹੇ ਨੇ EMPLOYEES ਦੀ। ਉਹਦੇ ਅਕੋਰਡਿੰਗ ਆਈ ਥਿੰਕ ਇਹ ਇਸੇ ਕਰਕੇ ਕਰ ਰਹੇ ਨੇ ਜ਼ਿਆਦਾਤਰ, ਵੀ ਆਪਦੇ EMPLOYE ਦੀ ਸਟਰੈਂਥ ਵਧਾਉਣ ਕਰਕੇ ਜ਼ਿਆਦਾਤਰ ਐਂਟਰੀ ਜਿੰਨੇ ਵੀ ਬੰਦੇ ਹੋ ਸਕਦੇ। ਸਾਡੇ ਹੁਣ ਘੱਟੋ ਘੱਟ 100 ਬੰਦਾ ਨਵਾਂ ਐਂਟਰ ਹੋ ਗਿਆ ਹੋਊਗਾ ਇਸੇ ਮੰਥ ਦੇ ਵਿੱਚ। ਚਲੋ ਦੇਖੋ ਪਤਾ ਕੀ ਮੇਰੀ ਕੋਈ ਗੱਲ ਸੁਣੋ। ਦੇਖੋ ਉਹ ਨਵੀਂ ਜੁਆਇਨਿੰਗ ਕਰਾਉਣ ਜੀ ਸਦਕੇ, ਜੋ ਮਰਜ਼ੀ ਕਰਨ, ਆਪਣੇ ਸ਼ੇਅਰ ਮਾਰਕੀਟ 'ਚ ਕੱਢਣ ਜੀ ਸਦਕੇ, ਬਹੁਤ ਵਧੀਆ ਗੱਲ ਹੈ। ਪਰ ਜਿਹੜੇ ਲੋਕ ਆਲਰੇਡੀ ਕੰਮ ਕਰ ਰਹੇ ਉਹਨਾਂ ਨਾਲ ਧੱਕਾ ਨਾ ਕਰਨ, ਬਸ ਇੰਨੀ ਕੁ ਗੱਲ ਹੈ ਵੀ ਕਿਸੇ ਨਾਲ ਧੱਕਾ ਨਾ ਹੋਵੇ। ਜਿਹੜਾ ਬਣਦਾ ਉਹਨਾਂ ਦਾ ਰੇਟ ਆ ਉਹਨਾਂ ਨੂੰ ਦਿੱਤਾ ਜਾਵੇ। ਗਰੀਬ ਦੇ ਨਾਲ ਅਤਿਆਚਾਰ ਨਾ ਹੋਵੇ, ਉਹਦਾ ਬਣਦਾ ਹੱਕ ਉਹਨੂੰ ਦਿੱਤਾ ਜਾਵੇ। ਇੰਨਾ ਕੋਈ ਮੈਂ ਕਹੂੰਗਾ ਕਿ ਮੇਰੇ ਵੀਰ ਇਹ ਸਾਰੇ ਜਣੇ ਹੁਣ ਅੱਜ ਖੜੇ ਨੇ, ਸਾਰਾ ਕੁਝ ਛੱਡ ਛਡਾ ਕੇ ਜ਼ੋਮੈਟੋ ਇਹਨਾਂ ਬਾਰੇ ਸੋਚੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।